ਓਮ ਸ਼ਾਂਤੀ। ਅੱਜ ਸੁਣਦੇ ਹਾਂ 9 ਜੁਲਾਈ 2022 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ, ਤੁਹਾਨੂੰ ਇੱਕ ਸ਼ਿਵ ਬਾਬਾ ਨੂੰ ਯਾਦ ਕਰਨਾ ਹੈ, ਕਿਸੇ ਦੇਹਧਾਰੀ ਨੂੰ ਨਹੀਂ। ਗਿਆਨ ਦੇ ਇਲਾਵਾ ਕੋਈ ਵੀ ਵਿਅਰਥ ਗੱਲਾਂ ਨਾ ਸੁਣਨੀਆਂ ਨੇ, ਨਾ ਹੀ ਸੁਣਾਉਣੀਆਂ ਨੇ। ਪ੍ਰਸ਼ਨ ਹੈ, ਬਾਪ ਸਾਰੇ ਬੱਚਿਆਂ ਨੂੰ ਕਿਹੜੀ ਵਾਰਨਿੰਗ ਦਿੰਦੇ ਨੇ? ਬਾਪ ਸਾਰੇ ਬੱਚਿਆਂ ਨੂੰ ਕਿਹੜੀ ਚੇਤਾਵਨੀ ਦਿੰਦੇ ਨੇ? ਉੱਤਰ, ਬੱਚੇ ਬਾਪ ਦੇ ਬਣੇ ਹੋ ਤਾਂ ਈਸ਼ਵਰੀਏ ਬਚਪਨ ਨੂੰ ਕਦੇ ਭੁੱਲ ਨਹੀਂ ਜਾਣਾ। ਕੋਈ ਵੀ ਵਿਕਰਮ ਨਹੀਂ ਕਰਨਾ। ਬਾਪ ਨਾਲ ਪ੍ਰਤਿੱਗਿਆ ਕਰ, ਉਸ ਨੂੰ ਛੱਡਣਾ ਨਹੀਂ। ਜੇਕਰ ਬਾਪ ਨੂੰ ਭੁੱਲਾਂਗੇ, ਮਾਇਆ ਖੁਸ਼ੀ ਗਾਇਬ ਕਰ ਦੇਗੀ। ਫਿਰ ਬੁੱਧੀ ਹੈਰਾਨ ਹੁੰਦੀ ਰਹੇਗੀ, ਘਬਰਾਉਂਦੇ ਰਹੋਗੇ, ਵਿਕਰਮ ਕਰਦੇ ਰਹੋਗੇ, ਬੁੱਧੀ ਦਾ ਤਾਲਾ ਬੰਦ ਹੋ ਜਾਏਗਾ। ਇਸ ਲਈ ਸ਼ਿਵ ਬਾਬਾ ਦੇ ਬਣੇ ਹੋ ਤਾਂ ਬਚਪਨ ਹਮੇਸ਼ਾ ਯਾਦ ਰੱਖੋ। ਗੀਤ ਹੈ, ਬਚਪਨ ਦੇ ਦਿਨ ਭੁਲਾ ਨਾ ਦੇਣਾ। ਓਮ ਸ਼ਾਂਤੀ। ਬੱਚਿਆਂ ਨੇ ਅਰਥ ਸਮਝਿਆ। ਬੱਚੇ ਸਾਹਮਣੇ ਬੈਠੇ ਨੇ, ਜਾਣਦੇ ਨੇ ਬ੍ਰਹਮਾ ਦੁਆਰਾ ਵਰਸਾ ਲੈਣ ਦੇ ਲਈ ਅਸੀਂ ਉਹਨਾਂ ਦੇ ਬੱਚੇ ਬਣੇ ਹਾਂ। ਇਹ ਵੀ ਚੰਗੀ ਤਰ੍ਹਾਂ ਜਾਣਦੇ ਨੇ ਅਸੀਂ ਨਿਰਾਕਾਰ ਪਰਮ ਪਿਤਾ ਪਰਮਾਤਮਾ ਦੀ ਅਵਿਨਾਸ਼ੀ ਸੰਤਾਨ ਹਾਂ। ਹੁਣ ਸਨਮੁਖ ਬੈਠੇ ਹਾਂ। ਦੂਰ ਹੋਣ ਨਾਲ ਕਈ ਬੱਚੇ ਭੁੱਲ ਜਾਂਦੇ ਨੇ। ਮਿੱਤਰ ਸੰਬੰਧੀ ਗੁਰੂ ਗੋਸਾਈ ਆਦਿ ਨੂੰ ਵੇਖਦੇ ਹੋ, ਇਹ ਬਚਪਨ ਦੀਆਂ ਗੱਲਾਂ ਭੁੱਲ ਜਾਂਦੀਆਂ ਨੇ। ਇੱਥੇ ਜੋ ਸਨਮੁਖ ਬੈਠੇ ਨੇ ਉਹ ਤਾਂ ਨਹੀਂ ਭੁੱਲਦੇ ਹੋਣਗੇ। ਅਵਿਨਾਸ਼ੀ ਸ਼ਿਵ ਬਾਬਾ ਤੋਂ ਅਸੀਂ ਸਵਰਗ ਦਾ ਵਰਸਾ ਲੈ ਰਹੇ ਹਾਂ। ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਨਾ। ਸਾਨੂੰ ਸ਼ਿਵ ਬਾਬਾ ਨੇ ਅਪਣਾਇਆ ਹੈ ਫਿਰ ਤੋਂ ਸਵਰਗ ਦੇ ਮਾਲਿਕ ਬਣਾਉਣ ਦੇ ਲਈ। ਅਸੀਂ ਮਾਲਿਕ ਸੀ, ਪੁਨਰ ਜਨਮ ਲੈਂਦੇ ਲੈਂਦੇ ਹੁਣ ਨਰਕ ਦੇ ਮਾਲਿਕ ਬਣੇ ਹਾਂ, ਫਿਰ ਸਵਰਗ ਦੇ ਮਾਲਿਕ ਬਣਾਂਗੇ। ਤੁਸੀਂ ਜਾਣਦੇ ਹੋ ਸ਼ਿਵ ਬਾਬਾ ਜੋ ਨਿਰਾਕਾਰ ਹੈ ਉਹ ਇਸ ਤਨ ਵਿੱਚ ਪ੍ਰਵੇਸ਼ ਕਰਦੇ ਨੇ। ਉਹ ਸਾਨੂੰ ਸ਼੍ਰੀਮਤ ਦਿੰਦੇ ਨੇ, ਮੈਨੂੰ ਨਿਰਾਕਾਰ ਸ਼ਿਵ ਬਾਬਾ ਨੂੰ ਯਾਦ ਕਰੋ। ਸਾਰੀ ਆਤਮਾਵਾਂ ਨੂੰ ਕਹਿੰਦੇ ਨੇ, ਕਿਉਂਕਿ ਉਹ ਸਰਵ ਦਾ ਲਿਬਰੇਟਰ ਹੈ। ਲਿਬਰੇਟਰ ਮਾਨਾ ਸਦਗਤੀ ਦਾਤਾ। ਮਨੁੱਖਾਂ ਦੀ ਹੀ ਸਦਗਤੀ ਕਰਨਗੇ ਨਾ, ਜਾਨਵਰਾਂ ਦੀ ਗੱਲ ਨਹੀਂ। ਲਿਬਰੇਟਰ ਗਾਈਡ ਹੈ ਮਨੁੱਖਾਂ ਦਾ। ਉਹਨਾਂ ਨੂੰ ਨੌਲੇਜਫੁਲ ਬਲਿਸਫੁਲ ਕਹਿੰਦੇ ਨੇ। ਇੱਥੇ ਤੁਸੀਂ ਸਨਮੁਖ ਬੈਠੇ ਹੋ, ਨਸ਼ਾ ਚੜ੍ਹਦਾ ਹੈ। ਬਾਬਾ ਜਾਣਦੇ ਨੇ, ਬਾਬਾ ਜਾਣਦੇ ਨੇ। ਘਰ ਜਾਣ ਨਾਲ ਤੁਸੀਂ ਬੱਚੇ ਭੁੱਲ ਜਾਂਦੇ ਹੋ। ਮਾਇਆ ਭੁਲਾ ਦਿੰਦੀ ਹੈ। ਇੱਥੇ ਤੁਹਾਡੀ ਬੁੱਧੀ ਵਿੱਚ ਕੋਈ ਸਾਧੂ ਸੰਤ ਗੁਰੂ ਲੌਕਿਕ ਸੰਬੰਧੀ ਨਹੀਂ। ਹੁਣ ਇਹ ਪਾਰਲੌਕਿਕ ਸੰਬੰਧ ਸ਼ਿਵ ਬਾਬਾ ਇਸ ਵਿੱਚ ਪ੍ਰਵੇਸ਼ ਹੋ ਕੇ ਸਾਨੂੰ ਸਵਰਗ ਦਾ ਵਰਸਾ ਦਿੰਦੇ ਨੇ। ਨਿਰਾਕਾਰ ਨੂੰ ਜ਼ਰੂਰ ਸਾਕਾਰ ਵਿੱਚ ਆਉਣਾ ਪਵੇ। ਕਹਿੰਦੇ ਨੇ, ਸਿੱਕਿਲ ਦੇ ਬੱਚੇ ਤੁਸੀਂ ਫਿਰ ਤੋਂ ਸਵਰਗ ਦਾ ਵਰਸਾ ਲੈਣ ਦੇ ਲਈ ਆਏ ਹੋ। ਪੁੱਛਿਆ ਵੀ ਜਾਂਦਾ ਹੈ, ਸ਼ਿਵ ਬਾਬਾ ਨਾਲ ਤੁਹਾਡਾ ਕੀ ਸੰਬੰਧ ਹੈ? ਤੁਸੀਂ ਕਹੋਗੇ, ਅਸੀਂ ਉਹਨਾਂ ਦੇ ਅਵਿਨਾਸ਼ੀ ਬੱਚੇ ਹਾਂ। ਫਿਰ ਪ੍ਰਜਾਪਿਤਾ ਬ੍ਰਹਮਾ ਦੇ ਸਾਕਾਰੀ ਬੱਚੇ ਹਾਂ, ਕਿਉਂਕਿ ਪੁਨਰ ਜਨਮ ਲੈਂਦੇ ਰਹਿੰਦੇ ਹੋ। ਦੂਜੇ ਜਨਮ ਵਿੱਚ ਸਭ ਤਾਂ ਬੱਚੇ ਨਹੀਂ ਬਣਨਗੇ। ਬਚਪਨ ਦੀਆਂ ਇਹ ਗੱਲਾਂ ਭੁੱਲੋ ਨਾ। ਅਸੀਂ ਸ਼ਿਵ ਬਾਬਾ ਦੇ ਪੋਤਰੇ ਬ੍ਰਹਮਾ ਦੇ ਬੱਚੇ ਹਾਂ। ਇੱਥੇ ਆਏ ਹੋ ਫਿਰ ਤੋਂ ਸਵਰਗ ਦਾ ਵਰਸਾ ਲੈਣ। ਹੁਣ ਨਰਕ ਵਿੱਚ ਹੋ, ਹੁਣ ਤੁਸੀਂ ਸੰਗਮ ਤੇ ਹੋ। ਕਿੰਨੀ ਸਹਿਜ ਗੱਲ ਹੈ। ਬੁੱਢੀਆਂ ਵੀ ਧਾਰਨ ਕਰ ਸਕਦੀਆਂ ਨੇ, ਇਹ ਭੁੱਲਣਾ ਨਹੀਂ। ਪਰ ਬਹੁਤ ਨੇ ਜੋ ਬਾਹਰ ਜਾਣ ਨਾਲ ਭੁੱਲ ਜਾਂਦੇ ਨੇ। ਸਾਰਾ ਦਿਨ ਭੁੱਲੇ ਹੀ ਰਹਿੰਦੇ ਨੇ, ਉਹ ਖੁਸ਼ੀ ਨਹੀਂ ਰਹਿੰਦੀ। ਫਿਰ ਕਹਿੰਦੇ ਨੇ, ਬਾਬਾ ਪਤਾ ਨਹੀਂ ਕੀ ਹੁੰਦਾ ਹੈ। ਅਸਲ ਵਿੱਚ ਇਹ ਤਾਂ ਬੱਚਿਆਂ ਨੂੰ ਅਪਾਰ ਖੁਸ਼ੀ ਹੋਣੀ ਚਾਹੀਦੀ ਹੈ। ਬਾਪ ਸਵਰਗ ਦਾ ਮਾਲਿਕ ਬਣਾਉਂਦੇ ਨੇ, ਹੋਰ ਕੀ ਚਾਹੀਦਾ ਹੈ। ਬਾਪ ਨੂੰ ਭੁੱਲਣ ਕਾਰਨ ਤੁਸੀਂ ਘਬਰਾਉਂਦੇ ਹੋ, ਹੈਰਾਨ ਹੁੰਦੇ ਹੋ, ਵਿਕਰਮ ਕਰਦੇ ਹੋ। ਇਹ ਕੋਈ ਗੁਰੂ ਆਦਿ ਨਹੀਂ ਹੈ, ਇਹ ਸਤ ਬਾਪ ਹੈ। ਬਾਪ ਬੈਠ ਬੱਚਿਆਂ ਨੂੰ ਸਮਝਾਉਂਦੇ ਨੇ, ਤੁਸੀਂ ਸ਼ਿਵ ਬਾਬਾ ਦੇ ਬਣੇ ਹੋ ਬ੍ਰਹਮਾ ਦੁਆਰਾ। ਉਹ ਵੀ ਬਾਬਾ ਹੈ, ਇਹ ਵੀ ਬਾਬਾ ਹੈ। ਐਨੇ ਬ੍ਰਹਮਾ ਕੁਮਾਰ ਕੁਮਾਰੀਆਂ ਨੇ ਵਰਸਾ ਕਿੱਥੋਂ ਮਿਲਦਾ ਹੈ? ਸ਼ਿਵ ਬਾਬਾ ਤੋਂ।
ਉਹ ਤਾਂ ਹੈ ਹੀ ਨਵੀਂ ਦੁਨੀਆ ਦਾ ਰਚਤਾ। ਤੁਸੀਂ ਹੁਣ ਐਵੇਂ ਸ਼ਿਵ ਬਾਬਾ ਦੇ ਯਾਨੀ ਬਾਪ ਦਾਦਾ ਦੇ ਸਨਮੁਖ ਬੈਠੇ ਹੋ। ਬਾਬਾ ਸਮਝਾਉਂਦੇ ਨੇ, ਬੱਚੇ ਕੋਈ ਵੀ ਕਰਮ ਨਹੀਂ ਕਰੋ। ਨਵੇਂ ਆਣਗੇ ਕਹਿਣਗੇ, ਅੱਛਾ ਅੱਜ ਪ੍ਰਤਿੱਗਿਆ ਕਰੋ, ਮੈਨੂੰ ਭੁੱਲਣਾ ਨਹੀਂ। ਮਾਇਆ ਤੁਹਾਨੂੰ ਵਾਰ-ਵਾਰ ਭੁਲਾਏਗੀ, ਇਸ ਲਈ ਬਾਪ ਸਮਝਾਉਂਦੇ ਨੇ, ਵਾਰਨਿੰਗ ਦਿੱਤੀ ਜਾਂਦੀ ਹੈ। ਮੁਰਲੀ ਤਾਂ ਸਭ ਬੱਚੇ ਸੁਣਨਗੇ, ਸਮਝਣਗੇ। ਬਾਬਾ ਮਧੂਬਨ ਵਿੱਚ ਬੱਚਿਆਂ ਨੂੰ ਐਵੇਂ ਬੈਠ ਸਮਝਾਉਂਦੇ ਨੇ, ਤੁਸੀਂ ਜਾਣਦੇ ਹੋ ਇਹ ਬਚਪਨ ਮਾਇਆ ਵਾਰ-ਵਾਰ ਭੁਲਾ ਦਿੰਦੀ ਹੈ। ਬੁੱਧੀ ਦਾ ਤਾਲਾ ਇੱਕਦਮ ਬੰਦ ਹੋ ਜਾਂਦਾ ਹੈ। ਆਤਮਾ ਨੂੰ ਜਦੋਂ ਅਤੀ ਇੰਦਰੀਏ ਸੁੱਖ ਮਿਲਦਾ ਹੈ ਤਾਂ ਖੁਸ਼ੀ ਹੁੰਦੀ ਹੈ। ਹੁਣ ਬਾਬਾ ਮੈਨੂੰ ਮਿਲਿਆ, ਬਾਬਾ ਸਾਰੇ ਦੁੱਖਾਂ ਤੋਂ ਲਿਬਰੇਟ ਕਰਦੇ ਨੇ, ਕਿਉਂਕਿ ਉਹ ਸੁਖਦਾਤਾ ਹੈ। ਸਾਰੇ ਮਨੁੱਖਾਂ ਦਾ ਉਹ ਲਿਬਰੇਟਰ ਹੈ। ਐਵੇਂ ਨਹੀਂ ਤੁਸੀਂ ਕੋਈ 84 ਲੱਖ ਜਨਮ ਭੋਗ ਕੇ ਆਏ, ਲੱਖਾਂ ਜਨਮਾਂ ਦੀ ਗੱਲ ਨਹੀਂ। ਇਹ ਤਾਂ 84 ਜਨਮਾਂ ਦਾ ਚੱਕਰ ਹੈ। ਤੁਸੀਂ ਜਾਣਦੇ ਹੋ 5000 ਵਰ੍ਹੇ ਪਹਿਲੇ ਸਾਡਾ ਰਾਜ ਸੀ। ਕ੍ਰਿਸ਼ਨ ਘਰਾਣੇ ਦੇ 3000 ਵਰ੍ਹੇ ਪਹਿਲੇ ਹੈਵਨ ਸੀ। ਫਿਰ ਹੈਲ ਕਿਵੇਂ ਬਣਿਆ ਇਹ ਕੋਈ ਵੀ ਨਹੀਂ ਜਾਣਦੇ। ਬਾਪ ਬੈਠ ਚੰਗੀ ਤਰ੍ਹਾਂ ਸਮਝਾਉਂਦੇ ਨੇ, ਇਸ ਵਿੱਚ ਸ਼ਾਸਤਰਾਂ ਆਦਿ ਦੀ ਕੋਈ ਗੱਲ ਨਹੀਂ। ਜੇਕਰ ਰੋਂਗ ਸਮਝਦੇ ਹੋ, ਸੰਸ਼ੇ ਪੈਦਾ ਹੁੰਦਾ ਹੈ ਤਾਂ ਭੱਜ ਜਾਓ। ਅਰੇ ਸ਼ਿਵ ਬਾਬਾ ਤੁਹਾਡਾ ਪਿਤਾ, ਬ੍ਰਹਮਾ ਵੀ ਤੁਹਾਡਾ ਪਿਤਾ। ਸ਼ਿਵ ਬਾਬਾ ਕਹਿੰਦੇ ਨੇ, ਇਸ ਬ੍ਰਹਮਾ ਤਨ ਵਿੱਚ ਪ੍ਰਵੇਸ਼ ਕਰ, ਇਹਨਾਂ ਨੂੰ ਬੱਚਾ ਬਣਾਉਂਦਾ ਹਾਂ, ਫਿਰ ਇਹਨਾਂ ਦੁਆਰਾ ਹੋਰ ਬੱਚੇ ਅਡੋਪਟ ਕਰਦਾ ਹਾਂ, ਉਹਨਾਂ ਨੂੰ ਸਿੱਖਿਆ ਦੇ, ਫਿਰ ਸਵਰਗ ਦਾ ਮਾਲਿਕ ਬਣਾਉਂਦਾ ਹਾਂ। ਸਵਰਗ ਦੇ ਮਾਲਿਕ ਸੀ, ਹੁਣ ਨਰਕ ਦੇ ਹੋ। ਤੁਸੀਂ ਦੇਖਦੇ ਹੋ ਅਸੀਂ ਬਾਪ ਦੇ ਸਨਮੁਖ ਬੈਠੇ ਹਾਂ। ਅਸੀਂ ਬੱਚੇ ਦਾਦੇ ਦੇ ਵਰਸੇ ਦੇ ਹੱਕਦਾਰ ਹਾਂ। ਪਾਵਨ ਜ਼ਰੂਰ ਬਣਨਾ ਹੈ। ਪਾਵਨ ਬਣਨ ਬਗੈਰ ਆਤਮਾ ਉੱਡ ਨਹੀਂ ਸਕਦੀ। ਇਹ ਤਾਂ ਗਪੋੜੇ ਮਾਰਦੇ ਰਹਿੰਦੇ ਨੇ, ਫਲਾਣਾ ਨਿਰਵਾਨ ਧਾਮ ਵਿੱਚ ਗਿਆ ਜਾਂ ਜੋਤੀ ਜੋਤ ਸਮਾਇਆ, ਜਾਂਦਾ ਇੱਕ ਵੀ ਨਹੀਂ। ਜੋ ਵੀ ਐਕਟਰ ਨੇ ਸਭ ਨੂੰ ਹਾਜ਼ਰ ਇੱਥੇ ਹੀ ਹੋਣਾ ਹੈ। ਜਦੋਂ ਤੱਕ ਵਿਨਾਸ਼ ਸ਼ੁਰੂ ਨਾ ਹੋਵੇ ਉਦੋਂ ਤੱਕ ਹਾਜ਼ਰ ਹੋਣਾ ਹੈ। ਆਤਮਾਵਾਂ ਆਉਂਦੀਆਂ ਹੀ ਰਹਿੰਦੀਆਂ ਨੇ। ਜਦ ਉੱਥੋਂ ਆਣਾ ਪੂਰਾ ਹੋ ਜਾਂਦਾ ਹੈ ਤਾਂ ਲੜਾਈ ਲੱਗਦੀ ਹੈ। ਤੁਹਾਡੀ ਰਾਜਾਈ ਸਥਾਪਨ ਹੋ ਜਾਂਦੀ ਹੈ, ਉੱਥੋਂ ਤੋਂ ਸਭ ਆ ਜਾਂਦੇ ਨੇ। ਇਹ ਸਭ ਗੱਲਾਂ ਬਾਪ ਬਹੁਤ ਚੰਗੀ ਤਰ੍ਹਾਂ ਸਮਝਾਉਂਦੇ ਨੇ, ਪਰ ਤੁਸੀਂ ਭੁੱਲ ਜਾਂਦੇ ਹੋ। ਕਿੰਨੇ ਭੁੱਲੇ ਫਾਰਗਤੀ ਦੇ ਦਿੱਤੀ। ਚੰਗੇ ਚੰਗੇ ਬੱਚੇ ਜੋ ਬਾਪ ਦੇ ਪਿਛਾੜੀ ਨਿਛਾਵਰ ਹੋ ਜਾਂਦੇ ਸੀ, ਇੱਥੇ ਜਾਂਦੇ ਸੀ, ਰੋ ਕੇ ਜਾਂਦੇ ਸੀ। ਉੱਥੇ ਜਾਣ ਨਾਲ ਨਰਕ ਵਾਸੀਆਂ ਦਾ ਸੰਗ ਮਿਲਦਾ ਹੈ। ਸਭ ਭੁੱਲ ਜਾਂਦੇ ਨੇ। ਬਾਪ ਵਾਰਨਿੰਗ ਦਿੰਦੇ ਨੇ, ਬੱਚੇ ਇਸ ਬਚਪਨ ਨੂੰ ਕਦੇ ਭੁੱਲਣਾ ਨਹੀਂ। ਤੁਹਾਨੂੰ ਤਾਂ ਇੱਕ ਸ਼ਿਵ ਬਾਬਾ ਨੂੰ ਯਾਦ ਕਰਨਾ ਹੈ। ਕੋਈ ਵੀ ਗੁਰੂ ਗੋਸਾਈ ਦਾ ਫੋਟੋ ਨਹੀਂ ਰੱਖਣਾ। ਨਿਰਾਕਾਰ ਸ਼ਿਵ ਬਾਬਾ ਦਾ ਫੋਟੋ ਕੱਢ ਨਾ ਸਕੋ। ਤੁਸੀਂ ਸ੍ਰੇਸ਼ਟ ਬਣ ਰਹੇ ਹੋ। ਸਰੀਰ ਛੱਡੋਗੇ ਤਾਂ ਵੀ ਉੱਚ ਸਰਵਿਸ ਹੀ ਜਾ ਕੇ ਕਰੋਗੇ, ਕਿਉਂਕਿ ਤੁਹਾਡੀ ਚੜ੍ਹਦੀ ਕਲਾ ਹੈ। ਫਿਰ ਜੋ ਜਿੰਨਾ ਪੁਰਸ਼ਾਰਥ ਕਰੇ। ਬਾਬਾ ਫਿਰ ਵੀ ਕਹਿੰਦੇ ਨੇ, ਇੱਥੇ ਤੁਸੀਂ ਸਨਮੁਖ ਬੈਠੇ ਹੋ, ਇੱਥੇ ਸੁਣਦੇ ਹੋ, ਯਾਦ ਰਹਿੰਦਾ ਹੈ। ਫਿਰ ਬਾਹਰ ਜਾਣ ਨਾਲ ਝੱਟ ਭੁੱਲ ਜਾਂਦੇ ਹੋ। ਅਜਿਹੇ ਵੀ ਨੇ ਆਪਸ ਵਿੱਚ ਝਰਮੂਈ ਝਗਮੂਈ ਉਲਟੀ ਸੁਲਟੀ ਗੱਲਾਂ ਸੁਣਦੇ ਸੁਣਾਉਂਦੇ ਰਹਿੰਦੇ ਨੇ। ਗਿਆਨ ਨਹੀਂ ਤਾਂ ਇੱਕ ਦੋ ਨੂੰ ਵਾਹਿਆਤ ਗੱਲਾਂ ਸੁਣਾ ਕੇ ਮੱਥਾ ਖਰਾਬ ਕਰ ਦਿੰਦੇ ਨੇ। ਬਾਬਾ ਲੈਣ ਦੇ ਲਈ ਆਏ ਨੇ ਨਾ। ਬਾਬਾ ਕਹਿੰਦੇ, ਬੱਚੇ ਮੈਨੂੰ ਯਾਦ ਕਰੋ ਤਾਂ ਇੰਨੀ ਉੱਚ ਪਦਵੀ ਪਾਓਗੇ। ਇਸ ਲਈ ਸਿਵਾਏ ਗਿਆਨ ਦੇ ਹੋਰ ਕਿਸੇ ਦੀ ਗਲਾਨੀ ਆਦਿ ਉਲਟੀ ਸੁਲਟੀ ਗੱਲਾਂ ਨਹੀਂ ਸੁਣੋ। ਬਾਪ ਨੂੰ ਕਹਿੰਦੇ ਨੇ, ਹੈਵਨਲੀ ਗੋਡ ਫਾਦਰ, ਸਵਰਗ ਸਥਾਪਨ ਕਰਨ ਵਾਲਾ ਵਰਡ ਗੋਡ ਫਾਦਰ। ਸਾਰੇ ਮਨੁੱਖ ਦਾ ਬਾਪ ਇੱਕ ਹੀ ਨਿਰਾਕਾਰ ਹੈ। ਤੁਸੀਂ ਇੱਕ ਧਰਮ ਦੇ ਹੋ। ਜੋ ਬ੍ਰਹਮਾ ਕੁਮਾਰ ਕੁਮਾਰੀਆਂ ਬਣੇ ਹੋ, ਪਿੱਛੇ ਫਿਰ ਹੋਰ ਧਰਮਾਂ ਦੀ ਵ੍ਰਿੱਧੀ ਹੁੰਦੀ ਜਾਂਦੀ ਹੈ। ਸਤਯੁਗ ਵਿੱਚ ਇੱਕ ਹੀ ਦੇਵੀ ਦੇਵਤਾ ਧਰਮ ਹੋਵੇਗਾ। ਸਭ ਗੋਰੇ ਹੋਣਗੇ। ਫਿਰ ਇਸਲਾਮੀ ਲੋਕ ਨਿਕਲਦੇ ਨੇ। ਫੀਚਰ ਬਿਲਕੁਲ ਡਿਫਰੈਂਟ ਨੇ। ਬੋਧੀਆਂ ਦੀ ਸ਼ਕਲ ਵੇਖੋ ਕਿਵੇਂ ਦੀ ਹੈ। ਸਭ ਧਰਮ ਵਾਲਿਆਂ ਦੀ ਸ਼ਕਲ ਵੱਖ-ਵੱਖ ਹੈ। ਹੁਣ ਤਾਂ ਕਈ ਧਰਮਾਂ ਦਾ ਵਿਨਾਸ਼, ਇੱਕ ਸਤ ਧਰਮ ਦੀ ਸਥਾਪਨਾ ਹੋ ਰਹੀ ਹੈ। ਤੁਸੀਂ ਪਤਿਤ ਤੋਂ ਪਾਵਨ ਬਣ ਰਹੇ ਹੋ। ਯਾਦ ਰੱਖਣਾ,
ਤੁਹਾਡੀ ਦੁਸ਼ਮਣ ਮਾਇਆ ਬੜੀ ਦੁਸ਼ਟਰ ਹੈ। ਸਿਵਾਏ ਗਿਆਨ ਦੇ ਕੋਈ ਵੀ ਵਾਹਿਆਤ ਗੱਲਾਂ ਸੁਣਨ ਨਾਲ ਬੇਮੁਖ ਹੋ ਸ਼ੋਕ ਵਾਟਿਕਾ ਵਿੱਚ ਚਲੇ ਜਾਓਗੇ। ਬਾਬਾ ਵਾਰ-ਵਾਰ ਸਮਝਾਉਂਦੇ ਨੇ, ਤੁਹਾਡਾ ਧੰਦਾ ਹੀ ਇਹ ਹੈ ਬਾਪ ਤੋਂ ਵਰਸਾ ਪਾਉਣ ਦੀ ਯੁਕਤੀ ਦੱਸਣਾ। ਬਾਬਾ ਨੇ ਸਮਝਾਇਆ ਸੀ, ਤੁਹਾਡਾ ਪਰਮ ਪਿਤਾ ਪਰਮਾਤਮਾ ਨਾਲ ਕੀ ਸੰਬੰਧ ਹੈ ਉਹ ਬੋਰਡ ਲਗਾ ਦਿਓ। ਬਹੁਤ ਚੰਗੀ ਲਿਖਤ ਹੋਵੇ। ਬ੍ਰਹਮਾ ਕੁਮਾਰੀਆਂ ਦਾ ਨਾਮ ਸੁਣਦੇ ਡਰਦੇ ਨੇ, ਫਿਰ ਹੋਰ ਯੁਕਤੀ ਨਾਲ ਲਿਖਿਆ ਜਾਂਦਾ ਹੈ। ਬੋਰਡ ਪੜ੍ਹਨਗੇ, ਬਾਪ ਦਾਦਾ ਦਾ ਪਰਿਚੈ ਮਿਲ ਜਾਏਗਾ। ਜ਼ਰੂਰ ਸਾਕਾਰ ਦੁਆਰਾ ਹੀ ਵਰਸਾ ਮਿਲੇਗਾ। ਸ਼੍ਰੀ ਬਾਬਾ ਹੈ ਹੀ ਸਵਰਗ ਦੀ ਸਥਾਪਨਾ ਕਰਨ ਵਾਲਾ। ਮੁਸਲਮਾਨ ਕਹਿੰਦੇ ਨੇ ਬਹਿਸ਼ਤ ਸਥਾਪਨ ਕਰਨ ਵਾਲਾ। ਹੁਣ ਤੁਸੀਂ ਉਹਨਾਂ ਦੇ ਬੱਚੇ ਬਣੇ ਹੋ। ਅਜਿਹੇ ਬਾਪ ਨੂੰ ਭੁੱਲੋ ਨਹੀਂ। ਮਾਇਆ ਕਿੰਨੀ ਜ਼ਬਰਦਸਤ ਹੈ। ਬਾਬਾ ਕਹਿੰਦੇ ਇਸ ਬਚਪਨ ਨੂੰ ਭੁੱਲ ਨਾ ਜਾਣਾ। ਬੱਚੇ ਤਾਂ ਸਭ ਨੇ ਨਾ। ਭਾਵੇਂ ਕਿੰਨਾ ਵੱਡਾ ਆਦਮੀ ਹੋਵੇਗਾ ਤਾਂ ਵੀ ਬਾਬਾ ਕਹਿਣਗੇ ਤੁਹਾਡੀ ਮਾਇਆ ਬੜੀ ਦੁਸ਼ਮਣ ਹੈ। ਬਾਬਾ ਸਮਝਾਉਂਦੇ ਨੇ, ਤੁਸੀਂ ਫਾਲਤੂ ਗੱਲਾਂ ਨਹੀਂ ਕਰਨੀਆਂ। ਤੁਸੀਂ ਮੰਮਾ ਬਾਬਾ ਕਹਿੰਦੇ ਹੋ, ਫਾਲੋ ਕਰ ਉੱਚ ਪਦਵੀ ਪਾਓ। ਲਾਡਲੇ ਬੱਚੇ ਮੈਨੂੰ ਯਾਦ ਕਰੋ ਤਾਂ ਵਿਕਰਮਾਂ ਦਾ ਬੋਝਾ ਉਤਰ ਜਾਵੇਗਾ। ਨਹੀਂ ਤਾਂ ਭੋਗਣੀ ਪਵੇਗੀ। ਫਿਰ ਉਸ ਸਮੇਂ ਬਹੁਤ ਫੀਲ ਹੋਵੇਗਾ। ਅੰਤ ਵਿੱਚ ਐਵੇਂ ਭਾਸਨਾ ਆਉਂਦੀ ਹੈ ਜਿਵੇਂ ਬਹੁਤ ਸਮਾਂ ਦੀ ਭੋਗਣਾ ਭੋਗ ਰਹੇ ਹਾਂ। ਹਿਸਾਬ ਕਿਤਾਬ ਚੁਕਤ ਹੁੰਦਾ ਹੈ ਤਾਂ ਵਾਪਿਸ ਜਾਂਦੇ ਹਾਂ। ਉਹ ਸਾਰਾ ਸਾਖਸ਼ਾਤਕਾਰ ਹੁੰਦਾ ਰਹੇਗਾ। ਅੱਛਾ ਮਿੱਠੇ ਮਿੱਠੇ ਸਿਕਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਰ। ਪਹਿਲੀ ਧਾਰਨਾ, ਸੰਗ ਦੋਸ਼ ਵਿੱਚ ਆ ਕੇ ਈਸ਼ਵਰੀਏ ਬਚਪਨ ਕਦੇ ਨਹੀਂ ਭੁੱਲਣਾ। ਆਪਸ ਵਿੱਚ ਕੋਈ ਵੀ ਵਾਹਿਆਤ ਵਿਅਰਥ ਉਲਟੀ ਸੁਲਟੀ ਗੱਲਾਂ ਨਾ ਸੁਣਨੀਆਂ ਨੇ ਨਾ ਸੁਣਾਉਣੀਆਂ ਨੇ। ਗਿਆਨ ਦੀਆਂ ਗੱਲਾਂ ਹੀ ਕਰਨੀਆਂ ਨੇ। ਦੂਜਾ, ਹਰੇਕ ਨੂੰ ਬਾਪ ਤੋਂ ਵਰਸਾ ਲੈਣ ਦੀ ਯੁਕਤੀ ਦੱਸਣੀ ਹੈ। ਮੰਮਾ ਬਾਬਾ ਨੂੰ ਫਾਲੋ ਕਰ ਉੱਚ ਪਦਵੀ ਪਾਉਣ ਦਾ ਅਧਿਕਾਰ ਲੈਣਾ ਹੈ। ਬਾਪ ਦੀ ਯਾਦ ਨਾਲ ਵਿਕਰਮਾਂ ਦਾ ਬੋਝ ਉਤਾਰਨਾ ਹੈ। ਵਰਦਾਨ ਹੈ, ਸਮੇਂ ਦੇ ਗਿਆਨ ਨੂੰ ਸਮ੍ਰਿਤੀ ਵਿੱਚ ਰੱਖ। ਸਭ ਪ੍ਰਸ਼ਨਾਂ ਨੂੰ ਸਮਾਪਤ ਕਰਨ ਵਾਲੇ ਸਵਦਰਸ਼ਨ ਚੱਕਰਧਾਰੀ ਭਵ। ਸਮੇਂ ਦੇ ਗਿਆਨ ਨੂੰ ਸਮ੍ਰਿਤੀ ਵਿੱਚ ਰੱਖ। ਸਭ ਪ੍ਰਸ਼ਨਾਂ ਨੂੰ ਸਮਾਪਤ ਕਰਨ ਵਾਲੇ ਸਵਦਰਸ਼ਨ ਚੱਕਰਧਾਰੀ ਭਵ। ਜੋ ਸਵਦਰਸ਼ਨ ਚੱਕਰਧਾਰੀ ਬੱਚੇ ਸਵ ਦਾ ਦਰਸ਼ਨ ਕਰ ਲੈਂਦੇ ਨੇ, ਉਹਨਾਂ ਨੂੰ ਸ੍ਰਿਸ਼ਟੀ ਚੱਕਰ ਦਾ ਦਰਸ਼ਨ ਆਪੇ ਹੀ ਹੋ ਜਾਂਦਾ ਹੈ। ਡਰਾਮਾ ਦੇ ਰਾਜ ਨੂੰ ਜਾਣਨ ਵਾਲੇ ਹਮੇਸ਼ਾ ਖੁਸ਼ੀ ਵਿੱਚ ਰਹਿੰਦੇ ਨੇ। ਕਦੇ ਕਿਉਂ ਕਿਆ ਦਾ ਪ੍ਰਸ਼ਨ ਉੱਠ ਨਹੀਂ ਸਕਦਾ, ਕਿਉਂਕਿ ਡਰਾਮਾ ਖੁਦ ਕਲਿਆਣਕਾਰੀ, ਸਮੇਂ ਵੀ ਕਲਿਆਣਕਾਰੀ। ਜਦੋਂ ਖੁਦ ਨੂੰ ਵੇਖਦੇ ਸਵਦਰਸ਼ਨ ਚੱਕਰਧਾਰੀ ਬੰਦੇ, ਉਹ ਸਹਿਜ ਹੀ ਅੱਗੇ ਵਧਦੇ ਰਹਿੰਦੇ ਨੇ। ਸਲੋਗਨ ਹੈ, ਕਈ ਆਤਮਾਵਾਂ ਦੀ ਸੱਚੀ ਸੇਵਾ ਕਰਨੀ ਹੈ ਤਾਂ ਸ਼ੁਭ ਚਿੰਤਕ ਬਣੋ। ਕਈ ਆਤਮਾਵਾਂ ਦੀ ਸੱਚੀ ਸੇਵਾ ਕਰਨੀ ਹੈ ਤਾਂ ਸ਼ੁਭ ਚਿੰਤਕ ਬਣੋ। ਹੁਣ ਸੁਣਦੇ ਹਾਂ ਮਾਤੇਸ਼ਵਰੀ ਜੀ ਦੇ ਅਨਮੋਲ ਮਹਾਵਾਕ। ਗਿਆਨ, ਯੋਗ, ਧਾਰਨਾ। ਜਿੰਨਾ ਇਹਨਾਂ ਤਿੰਨਾਂ ਗੱਲਾਂ ਤੇ ਅਟੈਂਸ਼ਨ ਦਿਓਗੇ, ਉੱਨਤੀ ਹੁੰਦੀ ਰਹੇਗੀ। ਇਹਨਾਂ ਨੂੰ ਪ੍ਰੈਕਟੀਕਲ ਜੀਵਨ ਵਿੱਚ ਲਿਆਣਾ ਹੈ। ਐਸਾ ਅਵਿਨਾਸ਼ੀ ਈਸ਼ਵਰੀ ਗਿਆਨ ਦੀ ਪ੍ਰਲਬਧ ਤੋਂ ਇਮਾਰਟਲ ਅਵਿਨਾਸ਼ੀ ਸੁਖ ਪ੍ਰਾਪਤ ਹੁੰਦਾ ਹੈ। ਉਸ ਨੂੰ ਹੀ ਦੇਵਤਾਈ ਸੁਖ ਕਹਿੰਦੇ ਨੇ। ਦੇਵਤਾਵਾਂ ਦੀ ਤਾਂ ਪ੍ਰੈਕਟੀਕਲ ਸੁਖੀ ਜੀਵਨ ਸੀ। ਐਵੇਂ ਨਹੀਂ, ਜਦੋਂ ਬ੍ਰਾਹਮਣ ਸੀ ਤਾਂ ਕੋਈ ਸ਼ਾਸਤਰ ਅਧਿਐਨ ਕਰਦੇ ਸੀ। ਉਹਨਾਂ ਨੂੰ ਤਾਂ ਖੁਦ ਗੀਤਾ ਦੇ ਭਗਵਾਨ ਤੋਂ ਸਹਾਰਾ ਮਿਲਿਆ। ਮਨੁੱਖਾਂ ਦੁਆਰਾ ਬਣਾਏ ਹੋਏ ਸ਼ਾਸਤਰਾਂ ਨੂੰ ਅਸੀਂ ਫਾਲੋ ਕਿਵੇਂ ਕਰੀਏ? ਐਸੇ ਐਸ਼ਵਰੀਏ ਸੁਖ ਦਾ ਅਨੁਭਵ ਹੁਣ ਪ੍ਰੈਕਟੀਕਲ ਹੋ ਰਿਹਾ ਹੈ। ਅਸੀਂ ਇਸ ਦੁੱਖ ਦੇ ਜ਼ਮਾਨੇ ਤੋਂ ਨਿਕਲ ਸੁੱਖ ਦੇ ਜ਼ਮਾਨੇ ਵਿੱਚ ਆ ਗਏ ਹਾਂ। ਉਹ ਦੁੱਖ ਦਾ ਜ਼ਮਾਨਾ ਹੁਣ ਮੁੜ ਗਿਆ। ਪਹਿਲੇ ਸੁੱਖ ਦੇ ਜ਼ਮਾਨੇ ਵਿੱਚ ਸੀ, ਉਹ ਜ਼ਮਾਨਾ ਪੂਰਾ ਹੁਆ। ਦੁੱਖ ਦੇ ਜ਼ਮਾਨੇ ਵਿੱਚ ਆ ਗਏ, ਹੁਣ ਫਿਰ ਤੋਂ
ਉਹ ਸੁੱਖ ਦੀ ਦੁਨੀਆ ਵਿੱਚ ਆ ਗਏ ਜਿੱਥੇ ਇੱਕ ਹੀ ਜਨਮ ਸੁੱਖ ਵਿੱਚ ਰਹਾਂਗੇ, ਫਿਰ ਜਲਦੀ ਦੁੱਖ ਵਿੱਚ ਨਹੀਂ ਆਵਾਂਗੇ, ਹੌਲੀ ਹੌਲੀ ਉਤਰਾਂਗੇ। ਉਹ ਗਮ ਦਾ ਜ਼ਮਾਨਾ ਹਮੇਸ਼ਾ ਦੇ ਲਈ ਜਾ ਰਿਹਾ ਹੈ। ਹੁਣ ਤਾਂ ਸੱਚਾ ਅਤੀ ਇੰਦਰੀਏ ਸੁੱਖ ਹੋਣਾ ਚਾਹੀਦਾ ਹੈ, ਭਾਵੇਂ ਇਸ ਵਿੱਚ ਮਾਇਆਵੀ ਵਿਘਨ ਵੀ ਖੂਬ ਪੈਣਗੇ। ਜਿਨ੍ਹਾਂ ਨੂੰ ਪੂਰਾ ਨਿਸ਼ਚੈ ਹੈ ਪੁਰਾਣੀ ਦੁਨੀਆ ਗੁਜ਼ਰ ਚੁੱਕੀ, ਉਹਨਾਂ ਨੂੰ ਗਮ ਦੀ ਲੈਸ ਨਹੀਂ ਆ ਸਕਦੀ, ਕਮੀ ਨਹੀਂ ਆ ਸਕਦੀ। ਜੇਕਰ ਕਿਤੇ ਕਮੀ ਆਂਦੀ ਹੈ ਤਾਂ ਸਮਝਣਾ ਹੈ ਜ਼ਰੂਰ ਵਿਸਮ੍ਰਿਤੀ ਹੈ। ਆਪਣੀ ਵੀ ਈਸ਼ਵਰੀ ਗਿਆਨ ਸਿਰਫ ਸੁਣਨ ਤੱਕ ਨਹੀਂ, ਧਾਰਨ ਕਰ ਲਾਈਫ ਵਿੱਚ ਫਰਕ ਆਉਣਾ ਚਾਹੀਦਾ ਹੈ। ਇਹ ਅਸਲ ਮਾਰਗ ਸਾਨੂੰ ਹੁਣ ਮਿਲਿਆ, ਬਾਕੀ ਐਵੇਂ ਨਹੀਂ ਸਮਝਣਾ ਅਸੀਂ ਤਾਂ ਪਰਮਾਤਮਾ ਦੀ ਗੋਦ ਲੈ ਲਈ ਬਸ। ਐਨਾ ਕਰਨ ਨਾਲ ਪੂਰੀਆਂ ਪ੍ਰਾਪਤੀਆਂ ਨਹੀਂ ਹੋ ਸਕਦੀਆਂ। ਪਰਮਾਤਮਾ ਮਿਲਿਆ ਪੁਰਸ਼ਾਰਥ ਦਾ ਮਾਰਗ ਦੱਸਣ ਦੇ ਲਈ। ਹੁਣ ਉਸ ਮਾਰਗ ਤੇ ਚੱਲ ਕੇ ਪ੍ਰੈਕਟੀਕਲ ਈਸ਼ਵਰੀਏ ਜੀਵਨ ਬਣਾਉਣੀ ਹੈ। ਬਸ ਇਹੀ ਹੈ ਸੱਚਾ ਸੁੱਖ। ਬਹੁਤ ਮਨੁੱਖ ਇਹ ਪ੍ਰਸ਼ਨ ਪੁੱਛਦੇ ਨੇ, ਜਦ ਆਤਮਾ ਤੇ ਪਰਮਾਤਮਾ ਦੋਨੋਂ ਅਨਾਦਿ ਨੇ, ਫਿਰ ਪਰਮਾਤਮਾ ਨੂੰ ਰਚਤਾ ਕਿਉਂ ਕਹਿੰਦੇ ਨੇ? ਪਰਮਾਤਮਾ ਨੂੰ ਬਾਪ, ਆਤਮਾ ਨੂੰ ਸੰਤਾਨ ਕਿਉਂ ਕਹਿੰਦੇ ਨੇ? ਹੁਣ ਇਸ ਤੇ ਸਮਝਾਇਆ ਜਾਂਦਾ ਹੈ ਪਰਮਾਤਮਾ ਵੀ ਅਨਾਦਿ ਹੈ। ਇਹ ਸਾਰੀ ਦੁਨੀਆ ਜ਼ਰੂਰ ਮੰਨਦੀ ਹੈ। ਉਸ ਦੇ ਲਈ ਐਵੇਂ ਪ੍ਰਸ਼ਨ ਉੱਠ ਨਹੀਂ ਸਕਦਾ ਪਰਮਾਤਮਾ ਨੇ ਕਿਸ ਨੇ ਪੈਦਾ ਕੀਤਾ? ਨਹੀਂ, ਉਵੇਂ ਆਤਮਾਵਾਂ ਵੀ ਅਨਾਦਿ ਤੇ ਅਵਿਨਾਸ਼ੀ ਨੇ। ਪਰ ਦੁਨੀਆ ਦੇ ਲੋਕ ਐਵੇਂ ਸਮਝਦੇ ਨੇ ਆਤਮਾ ਪਰਮਾਤਮਾ ਦਾ ਅੰਸ਼ ਹੈ ਤਾਂ ਉਹ ਵੀ ਪਰਮਾਤਮਾ ਹੋ ਗਿਆ। ਇਸ ਹਿਸਾਬ ਨਾਲ ਅਨਾਦਿ ਸਮਝਦੇ ਨੇ। ਹੁਣ ਇਹ ਤਾਂ ਹੋਈ ਉਹਨਾਂ ਦੀ ਮਤ। ਹੁਣ ਆਪ ਪਰਮ ਪਿਤਾ ਪਰਮਾਤਮਾ ਦੁਆਰਾ ਅਸੀਂ ਜਾਣ ਚੁੱਕੇ ਹਾਂ ਕਿ ਪਰਮਾਤਮਾ ਸਾਡਾ ਪਿਤਾ ਹੈ, ਅਸੀਂ ਆਤਮਾਵਾਂ ਉਹਨਾਂ ਦੇ ਬੱਚੇ ਹਾਂ। ਪਹਿਲੇ ਬਾਪ ਆਂਦਾ ਹੈ, ਬਾਅਦ ਵਿੱਚ ਬੱਚੇ ਪੈਦਾ ਹੁੰਦੇ ਨੇ। ਭਾਵੇਂ ਦੋਨੋਂ ਅਨਾਦਿ, ਪਰ ਪਰਮਾਤਮਾ ਨੂੰ ਪਾਠ ਮਿਲਿਆ ਹੋਇਆ ਹੈ ਆਤਮਾਵਾਂ ਨੂੰ ਬੱਚਾ ਬਣਾ ਕੇ ਵਰਸਾ ਦੇਣ ਦਾ। ਅਸੀਂ ਬਾਪ ਤੋਂ ਸੁਖ ਸ਼ਾਂਤੀ ਪਵਿੱਤਰਤਾ ਦਾ ਵਰਸਾ ਲੈਂਦੇ ਹਾਂ, ਕਿਉਂਕਿ ਆਤਮਾਵਾਂ ਨੇ ਇਹ ਸੁਖ ਸ਼ਾਂਤੀ ਦਾ ਵਰਸਾ ਖੋਇਆ, ਫਿਰ ਉਹਨਾਂ ਨੂੰ ਹੀ ਲੈਣਾ ਪਵੇਗਾ। ਇਸ ਹਿਸਾਬ ਨਾਲ ਪਰਮਾਤਮਾ ਬਾਪ, ਆਤਮਾ ਬੱਚੇ ਦਾ ਸੰਬੰਧ ਰੱਖਦੇ ਹਾਂ। ਬਾਕੀ ਪਰਮਾਤਮਾ ਤਾਂ ਆਪ ਪਿਤਾ ਹੈ, ਉਹ ਖੁਦ ਸੁਖ ਸ਼ਾਂਤੀ ਦਾ ਸਾਗਰ ਹੈ। ਉਹਨਾਂ ਕੋਲ ਫੁੱਲ ਨੌਲੇਜ ਹੈ, ਉਹ ਖੁਦ ਹੀ ਦਾਤਾ ਹੈ। ਇਸ ਤਰ੍ਹਾਂ ਅਸੀਂ ਬਾਪ ਕਹਾਂਗੇ। ਜਦ ਅਸੀਂ ਬਾਪ ਕਹਿੰਦੇ ਹਾਂ ਜ਼ਰੂਰ ਉਹ ਬੱਚਾ ਵੀ ਹੈ। ਬਾਪ ਕਹਿਣ ਨਾਲ ਬੱਚਾ ਸਿੱਧ ਹੋ ਜਾਂਦਾ ਹੈ। ਜੇਕਰ ਪਰਮਾਤਮਾ ਨਾ ਹੁੰਦਾ ਤਾਂ ਦੇਣ ਵਾਲਾ ਕੌਣ ਹੁੰਦਾ? ਜਦ ਦੇਣ ਵਾਲਾ ਹੈ ਤਾਂ ਅਸੀਂ ਲੈਣ ਵਾਲੇ ਹਾਂ। ਦੋਹਾਂ ਦਾ ਪਾਠ ਵੱਖ-ਵੱਖ ਠਹਿਰਿਆ। ਅਸੀਂ ਪਰਮਾਤਮਾ ਦਾ ਭਾਵੇਂ ਆਤਮਾ ਤੇ ਪਰਮਾਤਮਾ ਦਾ ਭਾਵੇਂ ਰੂਪ ਇੱਕ ਹੈ, ਪਰ ਪਰਮਾਤਮਾ ਨੂੰ ਨੌਲੇਜਫੁਲ ਕਹਿੰਦੇ ਨੇ। ਉਹਨਾਂ ਨੂੰ ਰਚਨਾ ਦਾ ਪਾਠ ਮਿਲਿਆ ਹੋਇਆ ਹੈ। ਆਤਮਾਵਾਂ ਉਹਨਾਂ ਦੀ ਕ੍ਰੀਏਸ਼ਨ ਨੇ, ਰਚਨਾ ਨੇ। ਅੱਛਾ, ਓਮ ਸ਼ਾਂਤੀ।